जय गुरु जी संगत जी। गुरु जी कल युग के अवतार चैनल पर आपका स्वागत है। अगर आप चैनल पर नए हैं तो चैनल को शेयर करें, सब्सक्राइब करें और साथ में लगे हुए बेल आइकॉन के बटन को प्रेस करके ऑल पर क्लिक कर दें ताकि डेली अपलोड होने वाले गुरु जी की ब्लेसिंग्स और सत्संग संगत जी आप तक पहुंचते रहें। संगत जी, अगर आप इंडिया या इंडिया से बाहर दुनिया के किसी भी कोने में रहते हैं और गुरु जी के इस प्यारे से चैनल पर अपना सत्संग अपलोड करवाना चाहते हैं, पूरी दुनिया की संगत के साथ शेयर करना चाहते हैं संगत जी, तो डिस्क्रिप्शन बॉक्स में दिए गए हमारे व्हाट्सअप नंबर या हमारे मोबाइल नंबर पर हमें कॉन्टैक्ट कर सकते हैं या अपना सत्संग वॉइस मैसेज के रूप में रिकॉर्ड करके हमारे व्हाट्सअप नंबर पर हमें भेज सकते हैं ताकि आपका सत्संग गुरु जी के इस प्यारे से चैनल पर अपलोड किया जा सके। जय गुरु जी। संगत जी, आज का सत्संग जो है हमारे गुरु जी की एक और बहुत खूबसूरत ब्लेसिंग है जो एक अंकल के ऊपर हुई है। ये इतना सुंदर सत्संग है संगत जी कि कैसे अंकल की जॉब गई। उन अंकल की जॉब जाने के बाद अंकल सोचने पड़ गए कि अब क्या होगा, और गुरु जी ने क्या मेहर करी, क्या लीला इतनी सुंदर रचाई संगत जी कि जितनी सैलरी और पैकेज उनको पहले मिल रहा था उससे जस्ट डबल पैकेज पे गुरु जी ने उनको दूसरी और बढ़िया कंपनी में लगवा दिया। इस बहुत खूबसूरत सत्संग है संगत जी, और ये सत्संग हमारे साथ शेयर किया संगत जी लुधियाना पंजाब से भीरबान गोयल अंकल जी ने। हाँ जी, लुधियाना पंजाब से भीरबान गोयल अंकल जी ने अपना सत्संग शेयर किया। चलिए सत्संग स्टार्ट करते हैं। जय गुरु जी। संगत जी, मैं आप जी नाल एक सत्संग शेयर करन लग्या हाँ। मेरा बेटा इंजीनियर है तो ਬੰਗਲੌਰ ਵਿੱਚ ਕੰਪਿਊਟਰ MNC ਕੰਪਨੀ ਵਿੱਚ ਪਿਛਲੇ 4 ਸਾਲਾਂ ਤੋਂ ਕੰਮ ਕਰ ਰਿਹਾ ਸੀ, ਪਰ ਉਸ ਦੀ ਕੰਪਨੀ ਵਿੱਚ ਸੈਲਰੀ ਦੇ ਪੈਕੇਜ ਵਾਈਜ਼ ਅਤੇ ਡੈਜਿਗਨੇਸ਼ਨ ਵਾਈਜ਼ ਗਰੋਥ ਬਹੁਤ ਘੱਟ ਸੀ। ਇਸ ਲਈ ਉਸਨੇ 2018 ਵਿੱਚ ਰਿਜ਼ਾਈਨ ਕਰਕੇ ਇੱਕ ਸਟਾਰਟਅਪ ਕੰਪਨੀ ਵਿੱਚ ਜੁਆਇਨ ਕਰ ਲਿਆ। ਥੋੜੇ ਸਮੇਂ ਬਾਅਦ ਹੀ ਇਸ ਕੰਪਨੀ ਵਿੱਚ ਉਸ ਨੂੰ ਮੈਨੇਜਰ ਦਾ ਕੰਮ ਵੀ ਨਾਲ ਦੇ ਦਿੱਤਾ ਗਿਆ। ਇਹ ਸਟਾਰਟਅਪ ਕੰਪਨੀਆਂ ਆਪਣੇ EMPLOYE ਨੂੰ ਬਹੁਤ ਓਵਰਲੋਡ ਕਰਕੇ ਰੱਖਦੀਆਂ ਹਨ, ਜਿਸ ਕਰਕੇ ਹਰ ਇੱਕ EMPLOYE ਦੇ ਉੱਤੇ ਵਰਕ ਸਟ੍ਰੈਸ ਬਹੁਤ ਹੁੰਦਾ ਹੈ। ਇਸ ਕੰਪਨੀ ਦਾ ਫਿਲੀਪੀਨ ਦੇ ਵਿੱਚ ਕੋਈ ਪ੍ਰੋਜੈਕਟ ਚੱਲਦਾ ਸੀ। ਉਸ ਪ੍ਰੋਜੈਕਟ ਦੇ ਵਿੱਚ ਬੇਟੇ ਨੂੰ ਇੱਕ ਹਫ਼ਤੇ ਲਈ ਫਿਲੀਪੀਨ ਭੇਜ ਦਿੱਤਾ, ਜਿੱਥੇ ਕਿ ਪ੍ਰੋਜੈਕਟ ਦੇ ਵਿੱਚ ਕੁਝ ਟੈਕਨੀਕਲ ਮਸਲਿਆਂ ਦੇ ਹੱਲ ਕਰਨ ਲਈ ਉੱਥੋਂ ਦੀ ਟੈਕਨੀਕਲ ਟੀਮ ਨਾਲ ਡਿਸਕਸ਼ਨ ਅਤੇ CEO ਲੈਵਲ ਦੇ ਮੈਨੇਜਰ ਨਾਲ ਮੀਟਿੰਗਾਂ ਹੁੰਦੀਆਂ ਸਨ। ਵੈਸੇ ਇਹਨਾਂ ਦੀ ਕੰਪਨੀ ਵੱਲੋਂ ਕਿਸੇ ਸੀਨੀਅਰ ਲੈਵਲ ਦੇ ਮੈਨੇਜਰ ਨੂੰ ਉੱਥੇ ਜਾਣਾ ਬਣਦਾ ਸੀ, ਕਿਉਂਕਿ ਬੇਟਾ ਅਜੇ ਜੂਨੀਅਰ ਸੀ ਅਤੇ ਇਸ ਕੰਪਨੀ ਵਿੱਚ ਨਵਾਂ ਸੀ, ਅਤੇ ਬੇਟੇ ਦੇ ਨਾਲ ਇੱਕ ਨੌਨ ਟੈਕਨੀਕਲ ਸਾਈਡ ਦਾ ਮੈਨੇਜਰ ਵੀ ਕੰਪਨੀ ਦਾ ਨਾਲ ਗਿਆ ਸੀ। ਉੱਥੇ ਮੀਟਿੰਗ ਦੇ ਵਿੱਚ ਕਿਸੇ ਟੈਕਨੀਕਲ ਪੁਆਇੰਟ ਦੇ ਉੱਤੇ ਬਹਿਸ ਹੋ ਗਈ, ਜੋ ਕਿ ਇੱਕ ਵੱਖਰੀ ਕਿਸਮ ਦੇ ਪ੍ਰੋਜੈਕਟ ਦਾ ਹਿੱਸਾ ਸੀ। ਬੇਟੇ ਨੇ ਕਿਹਾ ਕਿ ਇਹ ਕੰਮ ਸਾਡੇ ਪ੍ਰੋਜੈਕਟ ਨਾਲ ਰਿਲੇਟਡ ਨਹੀਂ ਹੈ, ਪਰ ਫਿਲੀਪੀਨ ਕੰਪਨੀ ਦਾ ਟੈਕਨੀਕਲ ਹੈੱਡ ਇਹ ਮੰਨਣ ਲਈ ਤਿਆਰ ਨਹੀਂ ਸੀ। ਤਾਂ ਬੇਟੇ ਨੇ ਕਿਹਾ ਕਿ ਇਸ ਬਾਰੇ ਮੈਂ ਬੰਗਲੌਰ ਵਿੱਚ ਮੇਰੀ ਕੰਪਨੀ ਦੇ ਹਾਇਰ ਮੈਨੇਜਰ ਨਾਲ ਗੱਲ ਕਰਕੇ ਕੁਝ ਫੈਸਲਾ ਲੈ ਸਕਦਾ ਹਾਂ। ਉਸਨੇ ਬੰਗਲੌਰ ਵਿੱਚ ਆਪਣੀ ਸੀਨੀਅਰ ਮੈਨੇਜਰ ਨਾਲ ਗੱਲ ਕੀਤੀ। ਉਸਨੇ ਕਿਹਾ ਕਿ ਕੱਲ੍ਹ ਕਾਲ ਦੇ ਵਿੱਚ ਆਪਣੀ ਕੰਪਨੀ ਦੇ ਸੀਨੀਅਰ ਟੈਕਨੀਕਲ ਮੈਨੇਜਰ ਜਿਸ ਨੇ ਇਸ ਪ੍ਰੋਜੈਕਟ ਦਾ ਐਗਰੀਮੈਂਟ ਕੀਤਾ ਹੈ ਉਸ ਨੂੰ ਵੀ ਮੀਟਿੰਗ ਜੁਆਇਨ ਕਰਕੇ ਗੱਲ ਕਰਾਂਗੇ। ਅਗਲੇ ਦਿਨ ਕਾਲ ਵਿੱਚ ਫਿਲੀਪੀਨ ਕੰਪਨੀ ਦੀ ਟੀਮ ਅਤੇ ਇਹਨਾਂ ਦੀ ਕੰਪਨੀ ਦੀ ਸੀਨੀਅਰ ਟੀਮ ਨੇ ਮੀਟਿੰਗ ਜੁਆਇਨ ਕਰਕੇ ਡਿਸਕਸ਼ਨ ਕੀਤੀ, ਪਰ ਫਿਲੀਪੀਨ ਦੀ ਕੰਪਨੀ ਵਾਲਿਆਂ ਦੀ ਤਸੱਲੀ ਨਹੀਂ ਹੋਈ। ਤਾਂ ਫੈਸਲਾ ਹੋਇਆ ਕਿ ਇੱਕ ਹਫ਼ਤੇ ਬਾਅਦ ਇਸ ਪ੍ਰੋਜੈਕਟ ਸੰਬੰਧੀ ਦੁਬਾਰਾ ਮੀਟਿੰਗ ਕੀਤੀ ਜਾਵੇਗੀ, ਅਤੇ ਇਸ ਦੌਰਾਨ ਬੇਟੇ ਨੂੰ ਪਤਾ ਚੱਲ ਗਿਆ ਕਿ ਕੰਪਨੀ ਦੇ ਸੀਨੀਅਰ ਮੈਨੇਜਰ ਵੱਲੋਂ ਜੋ ਐਗਰੀਮੈਂਟ ਕੀਤਾ ਗਿਆ ਹੈ ਉਹ ਗਲਤ ਹੈ, ਅਤੇ ਇਸ ਲਈ ਉਸ ਕੰਮ ਨੂੰ ਕਰਨ ਲਈ ਇਹਨਾਂ ਦੀ ਕੰਪਨੀ ਕੋਲ ਰਿਸੋਰਸ ਨਹੀਂ ਹਨ। ਤਾਂ ਹਫ਼ਤੇ ਬਾਅਦ ਇਹਨਾਂ ਦਾ ਇੱਕ CEO ਰੈਂਕ ਦਾ ਅਧਿਕਾਰੀ ਮਨੀਲਾ ਗਿਆ ਅਤੇ ਉੱਥੋਂ ਦੀ ਕੰਪਨੀ ਨਾਲ ਕੇਸ ਡਿਸਕਸ ਕੀਤਾ ਗਿਆ। ਉਸਨੇ ਕਿਹਾ ਕਿ ਸਾਨੂੰ ਹੋਰ ਟਾਈਮ ਦਿੱਤਾ ਜਾਵੇ, ਅਸੀਂ ਇਹ ਕੰਮ ਕਰ ਦਿਆਂਗੇ, ਪਰ ਮਨੀਲਾ ਦੀ ਕੰਪਨੀ ਨੇ ਕਿਹਾ ਕਿ ਅਸੀਂ ਇਸ ਬਾਰੇ ਇੱਕ ਹਫ਼ਤੇ ਬਾਅਦ ਦੱਸਾਂਗੇ। ਇੱਧਰ ਬੇਟਾ ਟੈਨਸ਼ਨ ਵਿੱਚ ਸੀ ਕਿ ਇਸ ਦੀ ਕੰਪਨੀ ਦੇ ਕਿਸੇ ਸੀਨੀਅਰ ਮੈਨੇਜਰ ਵੱਲੋਂ ਕੀਤੀ ਗਲਤੀ ਦਾ ਦੋਸ਼ ਇਸ ਦੇ ਉੱਤੇ ਲਗਾ ਕੇ ਕੰਪਨੀ ਇਸ ਵਿਰੁੱਧ ਕੋਈ ਐਕਸ਼ਨ ਨਾ ਲੈ ਲਵੇ। ਅਸੀਂ ਕਿਹਾ ਕਿ ਬੇਟਾ ਘਬਰਾਉਣ ਦੀ ਕੋਈ ਲੋੜ ਨਹੀਂ, ਗੁਰੂ ਜੀ ਸਾਡੇ ਨਾਲ ਹਨ, ਅਤੇ ਅਸੀਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਕਿਰਪਾ ਕਰੋ, ਬੇਟੇ ਦਾ ਕੋਈ ਕਸੂਰ ਨਹੀਂ ਹੈ। ਤਾਂ ਸੰਗਤ ਜੀ ਦੇਖੋ, ਗੁਰੂ ਜੀ ਦੀ ਕਿਰਪਾ ਨਾਲ ਫਿਲੀਪੀਨ ਦੀ ਕੰਪਨੀ ਨੇ ਹਫ਼ਤੇ ਬਾਅਦ ਫੈਸਲਾ ਕਰਕੇ ਕਿਹਾ ਕਿ ਤੁਹਾਡੀ ਕੰਪਨੀ ਕੋਲ ਇਸ ਕੰਮ ਨੂੰ ਕਰਨ ਲਈ ਰਿਸੋਰਸ ਨਹੀਂ ਹਨ ਅਤੇ ਇਸ ਕੰਮ ਨੂੰ ਲੰਬਾ ਨਹੀਂ ਪਾਇਆ ਜਾ ਸਕਦਾ, ਇਸ ਲਈ ਇਹ ਪ੍ਰੋਜੈਕਟ ਕੈਂਸਲ ਕੀਤਾ ਜਾਂਦਾ ਹੈ। ਤਾਂ ਇਸ ਦੇ ਨਾਲ ਜੋ ਨੌਨ ਟੈਕਨੀਕਲ ਮੈਨੇਜਰ ਗਿਆ ਸੀ ਉਹ ਕਹਿਣ ਲੱਗਾ कि यार आशीष, तुम किस भगवान को मानते हो जिसने ये प्रोजेक्ट कैंसिल करवा दिया? ऐसा तो पहली बार हुआ है और तेरा इस प्रोजेक्ट से पीछा छुड़वा दिया, क्योंकि ये प्रोजेक्ट इन्हां दी कंपनी तो होने वाला नहीं सी। इस तो बाद
ਬੇਟੇ ਨੂੰ ਇੱਕ ਹੋਰ ਪ੍ਰੋਜੈਕਟ ਵਿੱਚ ਪਾ ਦਿੱਤਾ ਅਤੇ ਇੰਡੀਪੈਂਡੈਂਟ ਪ੍ਰੋਜੈਕਟ ਸੰਭਾਲਣ ਲਈ ਕਹਿ ਦਿੱਤਾ ਅਤੇ ਇਸ ਦੇ ਨਾਲ ਨਾਲ ਕਈ 2-3 ਹੋਰ ਪ੍ਰੋਜੈਕਟ ਵੀ ਦੇ ਦਿੱਤੇ। ਅਸੀਂ ਜਦੋਂ ਵੀ ਬੇਟੇ ਨਾਲ ਗੱਲ ਕਰਦੇ ਸੀ ਤਾਂ ਉਹ ਹਮੇਸ਼ਾ ਕਾਲ ਤੇ ਹੁੰਦਾ ਸੀ, ਬਹੁਤ ਬਿਜੀ ਰਹਿੰਦਾ ਸੀ। ਅਸੀਂ ਦੇਖਿਆ ਇਸ ਕੰਪਨੀ ਵਿੱਚ ਓਵਰਲੋਡਡ ਹੋਣ ਕਰਕੇ, ਹਾਈ ਰਿਸਪੌਂਸਿਬਿਲਟੀਜ਼ ਕਰਕੇ ਵਰਕ ਸਟ੍ਰੈਸ ਬਹੁਤ ਹੈ, ਕਿਉਂਕਿ ਆਪ ਵੀ ਕੰਮ ਕਰੋ, ਜੂਨੀਅਰਾਂ ਤੋਂ ਵੀ ਕੰਮ ਕਰਾਓ, ਬਾਹਰਲੇ ਕਸਟਮਰ ਦੇ ਨਾਲ ਮੀਟਿੰਗਾਂ ਅਟੈਂਡ ਕਰਨਾ, ਹਰ ਸਮੇਂ ਕਾਲ ਤੇ ਰਹਿਣਾ ਅਤੇ ਕੰਪਨੀ ਦੇ ਹਾਇਰ ਮੈਨੇਜਰ ਨਾਲ ਮੀਟਿੰਗ ਕਰਨਾ, ਪ੍ਰੋਜੈਕਟ ਰਿਪੋਰਟਸ ਦੇਣਾ ਆਦਿ ਬਹੁਤ ਕੰਮ ਰਹਿੰਦੇ ਸਨ। ਇੱਕ ਦਿਨ ਬੇਟਾ ਕਹਿਣ ਲੱਗਾ ਕਿ ਕੰਪਨੀ ਠੀਕ ਨਹੀਂ ਹੈ, ਸਾਰਾ ਦਿਨ ਦਿਮਾਗ ਘੁੰਮਿਆ ਰਹਿੰਦਾ ਹੈ, ਰਾਤ ਨੂੰ ਸੁੱਤੇ ਪਏ ਨੂੰ ਵੀ ਕੰਮ ਦੇ ਹੀ ਸੁਪਨੇ ਆਉਂਦੇ ਹਨ। ਮੈਂ ਇਸ ਬਾਰੇ ਮੇਰੇ ਸਨ ਇਨ ਲਾ ਅਤੇ ਬੇਟੀ, ਜੋ ਕਿ ਇਸ ਵੇਲੇ ਇੰਗਲੈਂਡ ਵਿੱਚ MNC ਵਿੱਚ ਕੰਮ ਕਰਦੇ ਹਨ, ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਨੂੰ ਕੰਪਨੀ ਤੋਂ ਰਿਜ਼ਾਈਨ ਕਰਵਾ ਦਿਓ ਅਤੇ 2 ਮਹੀਨੇ ਦੀ ਬ੍ਰੇਕ ਲੈ ਕੇ ਆਰਾਮ ਕਰਨ ਦਿਓ। ਅਸੀਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ, ਅਸੀਂ ਬੇਟੇ ਨੂੰ ਰਿਜ਼ਾਈਨ ਕਰਨ ਲਈ ਕਹਿ ਰਹੇ ਹਾਂ, ਤੁਸੀਂ ਇਸ ਬੱਚੇ ਦੀ ਤੇ ਕਿਰਪਾ ਬਣਾ ਕੇ ਰੱਖਣਾ। ਸੋ 1 ਮਹੀਨੇ ਦਾ ਨੋਟਿਸ ਦੇ ਕੇ ਬੇਟੇ ਨੇ ਰਿਜ਼ਾਈਨ ਕਰ ਦਿੱਤਾ। ਕੰਪਨੀ ਵਾਲਿਆਂ ਨੇ ਤਨਖਾਹ ਵਧਾਉਣ ਦਾ ਲਾਲਚ ਦੇ ਕੇ ਇਸ ਨੂੰ ਰਿਜ਼ਾਈਨ ਵਾਪਸ ਕਰਨ ਲਈ ਬੜਾ ਜ਼ੋਰ ਲਾਇਆ, ਪਰ ਬੇਟਾ ਨਹੀਂ ਮੰਨਿਆ ਅਤੇ ਕੰਪਨੀ ਛੱਡ ਦਿੱਤੀ। 1-1.5 ਮਹੀਨਾ ਆਰਾਮ ਕੀਤਾ ਅਤੇ ਫਿਰ ਕਿਸੇ ਹੋਰ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਸਾਡਾ ਗੁਰੂ ਜੀ ਤੇ ਭਰੋਸਾ ਸੀ, ਗੁਰੂ ਜੀ ਦੀ ਕਿਰਪਾ ਨਾਲ ਕਿਸੇ ਹੋਰ ਅੱਛੀ ਕੰਪਨੀ ਵਿੱਚ ਜੋਬ ਮਿਲ ਜਾਵੇਗੀ। ਪਹਿਲਾਂ 1-2 ਕੰਪਨੀਆਂ ਵਿੱਚ ਅਪਲਾਈ ਕੀਤਾ, ਉੱਥੋਂ ਕਾਲ ਨਹੀਂ ਆਈ। ਫਿਰ ਜਿਸ ਕੰਪਨੀ ਤੋਂ ਕਾਲ ਆਈ ਉਹ ਬੇਟੇ ਨੂੰ ਠੀਕ ਨਹੀਂ ਲੱਗੀ ਅਤੇ ਇੱਕ ਕੰਪਨੀ ਨੇ ਇੰਟਰਵਿਊ ਲੈ ਕੇ ਹਫ਼ਤੇ ਬਾਅਦ ਅਪੁਆਇੰਟਮੈਂਟ ਲੈਟਰ ਜਾਰੀ ਕਰਨ ਲਈ ਕਿਹਾ, ਪਰ ਲੈਟਰ ਨਹੀਂ ਮਿਲਿਆ। ਸਾਨੂੰ ਗੱਲਾਂ ਬਾਤਾਂ ਤੋਂ ਚੱਲਿਆ ਕਿ ਇਸ ਵਾਰੀ ਬੇਟਾ ਕੁਝ ਚਿੰਤਾ ਕਰਨ ਲੱਗ ਗਿਆ ਹੈ। ਅਸੀਂ ਬੇਟੇ ਨੂੰ ਕਿਹਾ ਕਿ ਫਿਕਰ ਕਰਨ ਦੀ ਲੋੜ ਨਹੀਂ, ਗੁਰੂ ਜੀ ਦੀ ਕਿਰਪਾ ਨਾਲ ਕਿਸੇ ਅੱਛੀ ਕੰਪਨੀ ਵਿੱਚ ਜਲਦੀ ਹੀ ਜੋਬ ਮਿਲ ਜਾਏਗੀ। ਇਸ ਤੋਂ ਕੁਝ ਦਿਨਾਂ ਬਾਅਦ ਬੇਟੇ ਨੇ ਦੱਸਿਆ ਕਿ ਕੱਲ੍ਹ 11 ਵਜੇ ਉਸ ਨੂੰ ਕਿਸੇ MNC ਕੰਪਨੀ ਨੇ ਇੰਟਰਵਿਊ ਲਈ ਬੁਲਾਇਆ ਹੈ। ਕੱਲ੍ਹ ਮੈਂ ਇੰਟਰਵਿਊ ਦੇਣ ਲਈ ਜਾਵਾਂਗਾ। ਮੇਰੀ ਵਾਈਫ, ਜੋ ਕਿ ਹੁਣ ਗੁਰੂ ਜੀ ਦੀ ਬਹੁਤ ਭਗਤ ਹੋ ਗਈ ਹੈ ਅਤੇ ਉਸ ਦੀ ਗੁਰੂ ਜੀ ਦੇ ਵਿੱਚ ਬਹੁਤ ਸ਼ਰਧਾ ਹੈ, ਨੇ ਠੀਕ 11 ਵਜੇ ਗੁਰੂ ਜੀ ਦੇ ਸਵਰੂਪ ਅੱਗੇ ਜੋਤ ਲਗਾ ਕੇ ਮੰਤਰ ਜਾਪ ਕੀਤਾ ਅਤੇ ਕਹਿਣ ਲੱਗੀ, ਹੁਣ ਮੈਂ ਗੁਰੂ ਜੀ ਦਾ ਕੋਈ ਸਤਸੰਗ ਸੁਣਦੀ ਹਾਂ। ਉਸਨੇ ਬੈੱਡ ਤੇ ਲੇਟ ਕੇ YouTube ਤੇ ਗੁਰੂ ਜੀ ਦਾ ਸਤਸੰਗ ਲਗਾਇਆ ਤਾਂ ਆਪਣੇ ਆਪ ਇੱਕ ਪ੍ਰੀਤੀ ਆਂਟੀ ਦਾ ਸਤਸੰਗ ਆ ਗਿਆ। ਉਸਨੇ ਉਹ ਸਤਸੰਗ ਸੁਣਨਾ ਸ਼ੁਰੂ ਕੀਤਾ, ਜਿਸ ਵਿੱਚ ਸਤਸੰਗ ਦੇ ਅਖੀਰ ਵਿੱਚ ਉਹ ਆਂਟੀ, ਉਸ ਦਾ ਬੇਟਾ ਜੋ ਕਿ ਇੰਜੀਨੀਅਰ ਸੀ ਅਤੇ USA ਦੇ ਵਿੱਚ ਸੀ, ਦੀ ਇੰਟਰਵਿਊ ਬਾਰੇ ਆਪਣਾ ਇੱਕ ਸਤਸੰਗ ਸ਼ੇਅਰ ਕਰਦੀ ਹੈ ਕਿ ਕਿਸ ਤਰ੍ਹਾਂ ਗੁਰੂ ਜੀ ਦੀ ਕਿਰਪਾ ਨਾਲ ਉਸਦੇ ਬੇਟੇ ਨੂੰ ਅਮਰੀਕਾ ਵਿੱਚ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਇੱਕ ਦਿਨ ਵੀਰਵਾਰ ਵਾਲੇ ਦਿਨ ਇੰਟਰਵਿਊ ਕਾਲ ਆਈ ਅਤੇ ਇੰਟਰਵਿਊ ਦੇ 4 ਰਾਊਂਡ ਹੋਏ। 4 ਰਾਊਂਡ ਤੋਂ ਬਾਅਦ ਉਸਦੇ ਬੇਟੇ ਨੂੰ ਸਿਲੈਕਟ ਕਰਕੇ ਅਪੁਆਇੰਟਮੈਂਟ ਲੈਟਰ ਦੇ ਦਿੱਤਾ ਗਿਆ, ਜਦੋਂ ਕਿ ਗ੍ਰੀਨ ਕਾਰਡ ਤੋਂ ਬਿਨਾਂ ਅਮਰੀਕਾ ਦੀ ਕਿਸੇ ਕੰਪਨੀ ਵਿੱਚ ਨੌਕਰੀ ਨਹੀਂ ਮਿਲ ਸਕਦੀ। ਪਰ ਪਤਾ ਨਹੀਂ, ਗੁਰੂ ਜੀ ਦੀ ਕਿਰਪਾ ਹੋਈ, ਉਸ ਨੂੰ ਨੌਕਰੀ ਮਿਲ ਗਈ। ਸੰਗਤ ਜੀ, ਗੁਰੂ ਜੀ ਦਾ ਕ੍ਰਿਸ਼ਮਾ ਵੇਖੋ। ਠੀਕ ਉਸੇ ਸਮੇਂ ਮੇਰੇ ਬੇਟੇ ਦਾ ਸਾਨੂੰ ਫੋਨ ਆਇਆ ਕਿ ਪਾਪਾ, ਮੇਰੀ ਇੰਟਰਵਿਊ ਦੇ 3 ਰਾਊਂਡ ਵਧੀਆ ਹੋ ਗਏ ਹਨ ਅਤੇ 4ਥੇ ਰਾਊਂਡ ਲਈ ਵੇਟ ਕਰਨ ਲਈ ਕਿਹਾ ਹੈ। ਅਸੀਂ ਗੁਰੂ ਜੀ ਅੱਗੇ ਅਰਦਾਸ ਕਰਦੇ ਸੀ ਕਿ ਗੁਰੂ ਜੀ ਅੱਜ ਕਿਰਪਾ ਕਰਨਾ। ਇਸੇ ਦੌਰਾਨ ਮੇਰੀ ਬੇਟੀ ਦਾ ਵੀ ਇੰਗਲੈਂਡ ਤੋਂ ਫੋਨ ਆਇਆ ਅਤੇ ਉਸਨੇ ਪੁੱਛਿਆ ਕਿ ਅੱਜ ਅਸੀਸ਼ ਦੀ ਇੰਟਰਵਿਊ ਸੀ, ਕੈਸੀ ਰਹੀ। ਅਜੇ ਅਸੀਂ ਬੇਟੀ ਨਾਲ ਗੱਲ ਕਰ ਹੀ ਰਹੇ ਸੀ ਤਾਂ ਬੇਟੇ ਦਾ WhatsApp ਦੇ ਉੱਤੇ ਮੈਸੇਜ ਆਇਆ ਕਿ ਗਾਈਜ਼ ਆਈ ਨੇਲਡ ਇਟ। ਮੈਨੂੰ ਸਮਝ ਨਹੀਂ ਆਇਆ, ਪਰ ਬੇਟੀ ਫੋਨ ਤੇ ਸੀ। ਉਸਨੇ ਦੱਸਿਆ ਕਿ ਪਾਪਾ, ਉਸ ਦੀ ਸਿਲੈਕਸ਼ਨ ਹੋ ਗਈ ਹੈ। ਅਸੀਂ ਬੇਟੀ ਨੂੰ ਦੱਸਿਆ ਕਿ ਕਿਸ ਤਰ੍ਹਾਂ ਮੋਬਾਈਲ ਤੇ ਪ੍ਰੀਤੀ ਆਂਟੀ ਦਾ ਸਤਸੰਗ ਗੁਰੂ ਜੀ ਨੇ ਸਾਨੂੰ ਸੁਣਾਇਆ, ਜੋ ਕਿ ਬੇਟੇ ਦੀ ਇੰਟਰਵਿਊ ਨਾਲ ਮੇਲ ਖਾਂਦਾ ਸੀ ਅਤੇ ਇਹ ਦਿਨ ਵੀ ਵੀਰਵਾਰ ਦਾ ਸੀ। ਉਹ ਕਹਿਣ ਲੱਗੀ ਕਿ ਤੁਸੀਂ ਸਰਚ ਕਰਕੇ ਸਤਸੰਗ ਲਗਾਇਆ ਸੀ। ਅਸੀਂ ਕਿਹਾ ਨਹੀਂ, ਅਸੀਂ ਤਾਂ ਇਹ ਸਤਸੰਗ ਪਹਿਲੀ ਵਾਰੀ ਸੁਣਿਆ ਹੈ। ਸੋ ਸੰਗਤ ਜੀ, ਕਿਸ ਤਰ੍ਹਾਂ ਪ੍ਰੀਤੀ ਆਂਟੀ ਦੇ ਸਤਸੰਗ ਦੇ ਰਾਹੀਂ ਗੁਰੂ ਜੀ ਨੇ ਸਾਨੂੰ ਸੁਨੇਹਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ। ਜਿਸ ਦੀ ਗੁਰੂ ਜੀ ਦੇ ਵਿੱਚ ਪੂਰੀ ਸ਼ਰਧਾ ਹੁੰਦੀ ਹੈ, ਉਸ ਨੂੰ ਗੁਰੂ ਜੀ ਜ਼ਰੂਰ ਬਲੈਸ ਕਰਦੇ ਹਨ ਅਤੇ ਇਸ ਤਰ੍ਹਾਂ ਗੁਰੂ ਜੀ ਨੇ ਬੇਟੇ ਨੂੰ ਬਲੈਸ ਕਰਕੇ ਅੱਛੀ ਕੰਪਨੀ ਵਿੱਚ ਸਿਲੈਕਟ ਕਰਵਾ ਦਿੱਤਾ, ਜਿੱਥੇ ਪੈਕੇਜ ਵੀ ਪਹਿਲਾਂ ਤੋਂ ਡਬਲ ਹੈ, ਕੰਪਨੀ ਦਾ ਵਰਕ ਕਲਚਰ ਵੀ ਠੀਕ ਹੈ। ਇਹ ਹਨ ਮੇਰੇ ਗੁਰੂ ਜੀ। ਲੱਖ ਲੱਖ ਸ਼ੁਕਰਾਨਾ ਗੁਰੂ ਜੀ। ਜੈ ਗੁਰੂ ਜੀ, ਜੈ ਗੁਰੂ ਜੀ।